ਗੁੱਡ ਆਫਟਰਨੂਨ ਟੂ ਆਲ। ਜਿਵੇਂ ਤੁਸੀਂ ਜਾਣਦੇ ਹੋ ਆਇਲਸ ਐਗਜ਼ਾਮ ਚੱਲ ਰਹੇ ਨੇ ਅਤੇ ਮਾਰਚ ਮੰਥ ਦੇ ਵਿੱਚ ਜਿਹੜਾ ਲਾਸਟ ਐਗਜ਼ਾਮ ਹੋਣਾ ਉਹ ਹੋਣਾ 27 ਆਫ ਮਾਰਚ 2021 ਨੂੰ। ਤਾਂ ਉਸ ਦਿਨ ਜਿਹੜਾ ਐਗਜ਼ਾਮ ਹੋਣਾ ਉਹ ਅਕੈਡਮਿਕ ਅਤੇ ਜਨਰਲ ਦੋਨਾਂ ਦਾ ਹੋਣਾ। ਸੋ ਜਿਨ੍ਹਾਂ ਬੱਚਿਆਂ ਨੇ ਐਗਜ਼ਾਮ ਦੇਣਾ ਜਾਂ ਐਗਜ਼ਾਮ ਦੇਣ ਬਾਰੇ ਸੋਚ ਰਹੇ ਨੇ ਉਹ ਇੱਕ ਵਾਰੀ ਪ੍ਰੈਡਿਕਸ਼ਨ ਦੀ ਵੀਡੀਓ ਜ਼ਰੂਰ ਦੇਖ ਲੈਣ, ਕਿਉਂਕਿ ਜੋ ਵੀ ਅਸੀਂ ਪ੍ਰੈਡਿਕਸ਼ਨ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਐਗਜ਼ਾਮ ਉਸੇ ਬੇਸ 'ਤੇ ਆਉਂਦਾ। ਜੇ ਯਕੀਨ ਨਹੀਂ ਤਾਂ ਤੁਸੀਂ ਪਿਛਲੀਆਂ ਪ੍ਰੈਡਿਕਸ਼ਨਸ ਵੀ ਦੇਖ ਸਕਦੇ ਹੋ। ਜੋ ਵੀ ਅਸੀਂ ਤੁਹਾਨੂੰ ਪ੍ਰੈਡਿਕਸ਼ਨ ਦੇ ਵਿੱਚ ਦੱਸਿਆ ਐਗਜ਼ਾਮ ਉਸੇ ਹੀ ਬੇਸ 'ਤੇ ਆਇਆ। ਅਸੀਂ ਜਿਹੜੇ ਵੀ ਮੰਥ ਦੇ ਵਿੱਚ ਮਾਰਚ ਮੰਥ ਦੇ ਵਿੱਚ ਐਗਜ਼ਾਮ ਹੋਣੇ ਨਹੀਂ ਹੁੰਦੇ, ਅਸੀਂ ਪ੍ਰੈਡਿਕਸ਼ਨ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ। ਜੋ ਵੀ ਤੁਸੀਂ ਐਗਜ਼ਾਮ ਦੇ ਰਹੇ ਹੋ ਜਿਹੜੀ ਵੀ ਡੇਟ ਨੂੰ, ਉਹਦੀ ਇੱਕ ਵਾਰੀ ਤੁਸੀਂ ਦੇਖ ਲਿਓ ਕਿ ਕਿਸ ਟਾਈਪ ਦਾ ਜਿਹੜਾ ਐਗਜ਼ਾਮ ਆ ਉਹ ਆ ਸਕਦਾ। ਅਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੋਡਿਊਲ ਫਸਟ ਯਾਨੀ ਕਿ ਲਿਸਨਿੰਗ ਕਿਸ ਤਰ੍ਹਾਂ ਦੀ ਆਊਗੀ। ਦੇਖਦੇ ਹਾਂ ਲਿਸਨਿੰਗ ਜਿਹੜੀ ਅਕੈਡਮਿਕ ਅਤੇ ਜਨਰਲ ਦੋਨਾਂ ਦੀ ਸੇਮ ਹੋਊਗੀ। ਸੋ ਦੇਖਦੇ ਹਾਂ ਲਿਸਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪਾਰਟ 1 ਦੀ। ਤਾਂ ਪਾਰਟ 1 ਦੇ ਵਿੱਚ ਆਪਣੇ ਕੋਲ ਫਿਲਪਸ ਆਉਣਗੇ। 1 ਵਰਡ ਹੋਊਗਾ, ਸਿਰਫ 1 ਵਰਡ ਲਿਖਣਾ ਹੋਊਗਾ। ਜੋ ਇੰਸਟਰਕਸ਼ਨਸ ਗਿਵਨ ਹੁੰਦੀ ਉਹਨੂੰ ਪਲੀਜ਼ ਧਿਆਨ ਦੇ ਨਾਲ ਦੇਖਿਆ ਕਰੋ, ਕਿਉਂਕਿ ਆਪਾਂ ਗਲਤੀ ਨਾਲ 2 ਵਰਡਸ ਲਿਖ ਦਿੰਦੇ ਹੋ, ਬਟ ਇੰਸਟਰਕਸ਼ਨ ਜੋ ਹੈਗੀ ਉਹ ਹੈਗੀ 1 ਵਰਡ, ਮਤਲਬ 1 ਵਰਡ ਤੋਂ ਜ਼ਿਆਦਾ ਆਪਾਂ ਨਹੀਂ ਲਿਖ ਸਕਦੇ ਪਾਰਟ 1 ਦੇ ਵਿੱਚ। ਔਰ 1 ਤੋਂ 10 ਕੁਐਸਚਨ ਹੋਣਗੇ ਫਿਲਪਸ ਨਾਲ ਰਿਲੇਟਿਡ ਔਰ ਬਿਲਕੁਲ ਈਜ਼ੀ ਹੋਣਗੇ, ਤੁਸੀਂ ਆਰਾਮ ਦੇ ਨਾਲ ਲਿਖ ਸਕਦੇ ਹੋ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪਾਰਟ 2। ਪਾਰਟ 2 ਦੇ ਵਿੱਚ ਆਪਾਂ ਗੱਲ ਕਰੀਏ ਤਾਂ 11 ਤੋਂ 14 ਕੁਐਸਚਨ ਹੋਣਗੇ। ਉਹ ਹੋਊਗੇ MCQs ਦੇ ਨਾਲ ਰਿਲੇਟਿਡ, ਮਤਲਬ ਆਪਣੇ ਕੋਲ 3 ਆਪਸ਼ਨਸ ਆਉਣਗੀਆਂ। ਉਹ ਆਪਾਂ ਕਨਵਰਸੇਸ਼ਨ ਚੱਲ ਰਹੀ ਹੋਊਗੀ, ਉਹ ਦੇਖਣਾ ਹੋਊਗਾ ਕਿਹੜਾ ਸਹੀ ਲੱਗਦਾ ਪਿਆ ਕਿਹੜਾ ਗਲਤ ਲੱਗਦਾ ਪਿਆ। ਜਿਹੜਾ ਸਹੀ ਲੱਗਦਾ ਹੋਇਆ ਉਹਦੇ 'ਤੇ ਤਿੰਨਾਂ ਦੇ ਵਿੱਚੋਂ ABC ਦੇ ਵਿੱਚ ਆਪਸ਼ਨਸ ਲਗਾਉਣੀ ਹੋਊਗੀ। ਔਰ 15 ਤੋਂ 20 ਜਿਹੜੇ ਕੁਐਸਚਨ ਹੋਣਗੇ ਮੈਪ ਦੇ ਨਾਲ ਰਿਲੇਟਿਡ ਹੋਣਗੇ ਔਰ ਲੈਵਲ ਹੋਊਗਾ ਦਾ ਮੋਡਰੇਟ। ਸੋ ਮੈਪ ਦੀ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ ਹੈ, ਕਿਉਂਕਿ ਮੈਪ ਜਿਹੜਾ ਹੁੰਦਾ ਉਹ ਕੰਪਲੀਕੇਟਡ ਹੋ ਜਾਂਦਾ, ਉਹ ਸਮਝ ਨਹੀਂ ਆਉਂਦੀ। ਸੋ ਅਲੱਗ ਤੋਂ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਈ ਮੈਪ ਨਾਲ ਰਿਲੇਟਿਡ, ਜਿਨ੍ਹਾਂ ਬੱਚਿਆਂ ਨੂੰ ਮੈਪ ਔਖਾ ਲੱਗਦਾ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਨੈਕਸਟ ਜਿਹੜਾ ਆਪਣੇ ਕੋਲ ਪਾਰਟ 3 ਦੇ ਵਿੱਚ 21 ਤੋਂ 24 ਕੁਐਸਚਨ ਆਉਣਗੇ। ਉਹ ਆਉਣਗੇ ਕੰਪਲੀਟ ਦਾ ਟੇਬਲ। ਆਪਾਂ ਕੋਈ ਟੇਬਲ ਦਿੱਤਾ ਹੋਊਗਾ ਉਹ ਆਪਾਂ ਕੰਪਲੀਟ ਕਰਨਾ ਹੋਊਗਾ। ਇਹ ਵੀ ਬਲੈਂਕਸ ਦੀ ਤਰ੍ਹਾਂ ਹੁੰਦਾ। ਨਾਲ ਦੀ ਨਾਲ ਆਪਣੇ ਕੋਲ 25 ਤੋਂ 30 ਜਿਹੜੇ ਕੁਐਸਚਨਸ ਆਉਣਗੇ ਉਹ ਆਉਣਗੇ ਚੂਜ਼ 6 ਆਨਸਰ, ਮਤਲਬ ਆਪਣੇ ਕੋਲ 6 ਆਪਸ਼ਨ ਦਿੱਤੀਆਂ ਹੋਣਗੀਆਂ, 6 ਆਪਣੇ ਕੋਲ ਕੁਐਸਚਨਸ ਹੋਣਗੇ। ਉਹ 6ਾਂ ਦੇ ਵਿੱਚੋਂ ਦੇਖਣਾ ਹੋਊਗਾ ਕਿਹੜਾ ਸਹੀ ਲੱਗ ਰਿਹਾ ਔਰ ਲੈਵਲ ਆਊਗਾ ਹੁੰਦਾ ਈਜ਼ੀ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪਾਰਟ 4 ਦੇ ਵਿੱਚ ਵੀ ਆਪਣੇ ਕੋਲ ਫਿਲਪਸ ਆਉਣਗੇ। ਲੈਵਲ ਹੋਊਗਾ ਹੁੰਦਾ ਈਜ਼ੀ। ਇਹ ਆਉਣਗੇ 31 ਤੋਂ 40 ਕੁਐਸਚਨ, ਮਤਲਬ 31 ਤੋਂ 40 ਕੁਐਸਚਨ ਫਿਲਪਸ ਨਾਲ ਰਿਲੇਟਿਡ ਆਉਣਗੇ। ਇਹ ਇੱਕੋ ਟੌਪਿਕ 'ਤੇ ਬੇਸ 'ਤੇ ਹੁੰਦਾ ਜਿਹੜਾ ਪਾਰਟ 4। ਇਸ ਕਰਕੇ ਚੰਗੀ ਤਰ੍ਹਾਂ ਪ੍ਰੈਕਟਿਸ ਕਰਿਓ ਅਤੇ ਘਬਰਾਈਓ ਨਾ, ਕਿਉਂਕਿ ਜਿਹੜੀ ਲਿਸਨਿੰਗ ਆਊਗੀ ਉਹ ਆਊਗੀ ਬਿਲਕੁਲ ਈਜ਼ੀ। ਤੁਸੀਂ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰਨੀ ਆ। ਔਰ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਉਸ ਦਿਨ ਜਿਹੜੀ ਲਿਸਨਿੰਗ ਆਊਗੀ ਉਹ ਬਿਲਕੁਲ ਈਜ਼ੀ ਆਊਗੀ, ਤੁਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪ੍ਰੈਕਟਿਸ ਕਰਨਾ ਛੱਡ ਦਿਓ, ਪ੍ਰੈਕਟਿਸ ਆਪਣੀ ਬਰਕਰਾਰ ਰੱਖਿਓ। ਇਹ ਗੱਲ ਹੋਈ ਲਿਸਨਿੰਗ ਦੀ। ਫਿਰ ਆਪਾਂ ਗੱਲ ਕਰਦੇ ਹਾਂ ਰੀਡਿੰਗ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਕੈਡਮਿਕ ਵਾਲਿਆਂ ਦੀ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪੈਸੇਜ 1 ਦੇ ਵਿੱਚ ਕੀ ਆ ਸਕਦਾ ਆਪਣੇ ਕੋਲ। ਵਿਚ ਪੈਰਾਗ੍ਰਾਫ ਕੰਟੇਨਸ ਫੋਲੋਇੰਗ ਇਨਫੋਰਮੇਸ਼ਨ। 1 ਤੋਂ 10 ਕੁਐਸਚਨਸ ਆਉਣਗੇ ਇਸੇ ਨਾਲ ਰਿਲੇਟਿਡ। ਅਤੇ ਉਸ ਤੋਂ ਬਾਅਦ ਜਿਹੜੇ ਬਾਕੀ 3-4 ਕੁਐਸਚਨ ਜਿਹੜੇ ਬੱਚੇ ਹੋਣਗੇ ਉਹ ਹੋਊਗੀ ਸਮਰੀ ਆਊਗੀ ਆਪਣੇ ਕੋਲ। ਲੈਵਲ ਹੋਊਗਾ ਹੁੰਦਾ ਈਜ਼ੀ। ਸਮਰੀ ਜਿਹੜੀ ਹੋਊਗੀ ਬਲੈਂਕਸ ਦੀ ਤਰ੍ਹਾਂ ਹੁੰਦੀ, ਉਹ ਪੂਰੇ ਲਾਈਕ ਜਿੱਦਾਂ ਆਪਾਂ ਟਾਸਕ 2 ਦੇ ਵਿੱਚ ਕਨਕਲੂਜਨ ਲਿਖਦੇ ਹਾਂ ਉਵੇਂ ਸਮਰੀ ਹੋਊਗੀ। ਸੋ ਧਿਆਨ ਦੇ ਨਾਲ ਤੁਸੀਂ ਕਰਨਾ। ਇਹ ਹੋਈ ਗੱਲ ਪੈਸੇਜ 1 ਦੀ। ਪੈਸੇਜ 2 ਦੀ ਜੇ ਆਪਾਂ ਗੱਲ ਕਰੀਏ, ਪੈਸੇਜ 2 ਦੇ ਵਿੱਚ ਚਾਂਸਿਸ ਨੇ ਆਪਣੇ ਕੋਲ ਟਰੂ ਫਾਲਸ ਨੋਟ ਗਿਵਨ ਦੇ ਕੁਝ ਕੁਐਸਚਨਸ ਆਉਣਗੇ। ਨਾਲ ਦੀ ਨਾਲ ਆਪਣੇ ਕੋਲ ਮਲਟੀਪਲ ਚੋਇਸ ਕੁਐਸਚਨ, ਮਤਲਬ ABCD 4 ਆਪਸ਼ਨ ਆਉਣਗੇ। 4ਾਂ ਦੇ ਵਿੱਚੋਂ ਦੇਖਣਾ ਹੋਊਗਾ ਕਿਹੜਾ ਸਹੀ ਆ। ਔਰ ਨਾਲ ਦੀ ਨਾਲ ਆਪਣੇ ਕੋਲ ਬਲੈਂਕਸ ਆਉਣ ਦੇ ਚਾਂਸਿਸ ਨੇ। ਔਰ ਲੈਵਲ ਹੋਊਗਾ ਉਹਦਾ ਮੋਡਰੇਟ। ਸੋ ਤੁਸੀਂ ਪ੍ਰੈਕਟਿਸ ਕਰਿਓ ਚੰਗੀ ਤਰ੍ਹਾਂ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੈਸੇਜ 3 ਕਿਸ ਤਰ੍ਹਾਂ ਦਾ ਆ ਸਕਦਾ। ਪੈਸੇਜ 3 ਜਿਸ ਦਿਨ ਐਗਜ਼ਾਮ ਹੋਊਗਾ 27 ਆਫ ਮਾਰਚ। ਲਿਸਟ ਆਫ ਹੈਡਿੰਗਸ ਆ ਸਕਦੇ ਨੇ। 27 ਤੋਂ 33 ਕੁਐਸਚਨ ਲਿਸਟ ਆਫ ਹੈਡਿੰਗਸ ਨਾਲ ਰਿਲੇਟਿਡ ਨੇ। ਔਰ ਬਾਕੀ ਜਿਹੜੇ ਕੁਐਸਚਨ ਹੋਣਗੇ ਉਹ ਹੋਊਗੇ ਕੋਈ ਫਲੋ ਚਾਰਟ ਆਊਗਾ ਬਲੈਂਕਸ ਦੀ ਤਰ੍ਹਾਂ ਹੋਊਗਾ। ਉਹ ਜਿਹੜੀ ਇੰਸਟਰਕਸ਼ਨ ਗਿਵਨ ਹੋਊਗੀ ਉਹ ਹੋਊਗੀ 3 ਵਰਡਸ ਤੋਂ ਜ਼ਿਆਦਾ ਆਪਾਂ ਵਰਡ ਉੱਥੇ ਨਹੀਂ ਲਿਖ ਸਕਦੇ। ਹੋ ਸਕਦਾ ਉਹਦੇ ਵਿੱਚ 2 ਵਰਡ ਹੋਣ, ਹੋ ਸਕਦਾ ਉਹਦੇ ਵਿੱਚ 1 ਵਰਡ ਲਿਖਿਆ ਹੋਣਾ, ਬਟ 3 ਵਰਡ ਤੋਂ ਜ਼ਿਆਦਾ ਉਹਦੇ ਵਿੱਚ ਨਹੀਂ ਫਿਲ ਕਰ ਸਕਦੇ। ਔਰ ਲੈਵਲ ਹੋਊਗਾ ਉਹਦਾ ਮੋਡਰੇਟ। ਅਤੇ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਰੀਡਿੰਗ ਜਿਹੜੀ ਆਊਗੀ ਅਕੈਡਮਿਕ ਦੇ ਲਈ ਉਹ ਆਊਗੀ ਮੋਡਰੇਟ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰੀਡਿੰਗ ਜਨਰਲ ਵਾਲਿਆਂ ਦੀ। ਪੈਸੇਜ 1 ਦੀ ਜੇ ਆਪਾਂ ਗੱਲ ਕਰੀਏ ਜਨਰਲ ਵਾਲਿਆਂ ਦੀ ਰੀਡਿੰਗ ਕਿਸ ਤਰ੍ਹਾਂ ਆਉਂਦੀ। ਲਿਸਟ ਆਫ ਹੈਡਿੰਗਸ ਆਉਣਗੇ। 1 ਤੋਂ 8 ਕੁਐਸਚਨ ਜਿਹੜੇ ਹੋਣਗੇ ਉਹ ਲਿਸਟ ਆਫ ਹੈਡਿੰਗਸ ਨਾਲ ਰਿਲੇਟਿਡ ਹੋਣਗੇ। ਸੋ ਹੈਡਿੰਗਸ ਕਈ ਬੱਚਿਆਂ ਨੂੰ ਔਖੇ ਲੱਗਦੇ ਹੁੰਦੇ ਨੇ, ਬਟ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦਾਂਗੇ। ਜਿਨ੍ਹਾਂ ਬੱਚਿਆਂ ਨੂੰ ਹੈਡਿੰਗਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਤੁਹਾਡੀ ਜਿਹੜੀ ਹੈਡਿੰਗ ਦੀ ਪ੍ਰੋਬਲਮ ਹਮੇਸ਼ਾ ਲਈ ਦੂਰ ਹੋ ਜੂਗੀ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਕੁਐਸਚਨ ਬੱਚੇ 9 ਤੋਂ 15 ਕੁਐਸਚਨ ਆਉਣਗੇ ਟਰੂ ਫਾਲਸ ਨੋਟ ਗਿਵਨ ਦੇ ਨਾਲ ਰਿਲੇਟਿਡ ਔਰ ਲੈਵਲ ਹੋਊਗਾ ਉਹਦਾ ਮੋਡਰੇਟ। ਅਤੇ ਜੇ ਆਪਾਂ ਦੇਖੀਏ ਨੈਕਸਟ ਜਿਹੜਾ ਆਪਣੇ ਕੋਲ ਪੈਸੇਜ ਹੈ ਪੈਸੇਜ 2 ਉਹਦੇ ਕੋਲ ਕੀ ਕੁਛ ਆ ਸਕਦਾ। ਪੈਸੇਜ 2 ਦੇ ਵਿੱਚ ਆਪਣੇ ਕੋਲ ਬਲੈਂਕਸ ਆਉਣਗੇ। 1 ਵਰਡ ਲਿਖਣਾ ਹੋਊਗਾ। ਨਾਲ ਦੀ ਨਾਲ ਆਪਣੇ ਕੋਲ MCQs ਆਉਣਗੇ ਔਰ ਨਾਲ ਦੀ ਨਾਲ ਆਪਣੇ ਕੋਲ ਕੁਛ ਕੁਐਸਚਨਸ ਆਉਣਗੇ ਸਮਰੀ ਦੇ ਨਾਲ ਰਿਲੇਟਿਡ ਔਰ ਲੈਵਲ ਹੋਊਗਾ ਉਹਦਾ ਈਜ਼ੀ। ਤੁਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਪੈਸੇਜ 2।
2। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪੈਸੇਜ 3। ਪੈਸੇਜ 3 ਦੇ ਵਿੱਚ ਆਪਣੇ ਕੋਲ ਆ ਸਕਦੇ ਨੇ ਯੈਸ ਨੋ ਨਾਟ ਗਿਵਨ, ਔਰ ਨਾਲ ਦੀ ਨਾਲ ਆਪਣੇ ਕੋਲ ਬਲੈਂਕਸ ਆ ਸਕਦੇ ਨੇ, ਔਰ ਬਲੈਂਕਸ ਦੀ ਜਿਹੜੀ ਇੰਸਟਰਕਸ਼ਨ ਹੋਗੀ ਉਹ ਹੋਗੀ 1 ਵਰਡ ਤੋਂ ਜ਼ਿਆਦਾ ਆਪਾਂ ਨਹੀਂ ਫਿਲ ਕਰ ਸਕਦੇ। ਸੋ ਜੋ ਵੀ ਆਪਣੇ ਕੋਲ ਇੰਸਟਰਕਸ਼ਨ ਗਿਵਨ ਹੁੰਦੀ ਹੈ, ਜੋ ਆਪਣੇ ਕੋਲ ਕੰਡੀਸ਼ਨ ਹੁੰਦੀ ਹੈ, ਉਹਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਔਰ ਤਾਂ ਹੀ ਤੁਸੀਂ ਆਨਸਰ ਲਗਾਉਣਾ। ਜਲਦੀ ਵਿੱਚ ਕੋਈ ਨਹੀਂ ਆਪਾਂ ਕੁਐਸਚਨ ਕਰਨਾ। ਔਰ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਕੁਐਸਚਨ ਆਉਣਗੇ ਉਹ ਆਉਣਗੇ ਚੂਜ਼ ਦਾ ਆਪਸ਼ਨ, ਔਰ ਲੈਵਲ ਹੋਊਗਾ ਉਹਦਾ ਮੋਡਰੇਟ। ਅਤੇ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਜਿਹੜੀ ਰੀਡਿੰਗ ਆਊਗੀ ਜਨਰਲ ਵਾਲਿਆਂ ਦੀ ਮੋਡਰੇਟ ਆਊਗੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅਕੈਡਮਿਕ ਵਾਲਿਆਂ ਦੀ ਰੀਡਿੰਗ ਵੀ ਮੋਡਰੇਟ ਆਊਗੀ ਅਤੇ ਜਨਰਲ ਵਾਲਿਆਂ ਦੀ ਰੀਡਿੰਗ ਵੀ ਮੋਡਰੇਟ ਆਊਗੀ। ਸੋ ਤੁਸੀਂ ਪ੍ਰੈਕਟਿਸ ਕਰਿਓ ਵਧੀਆ ਤਰੀਕੇ ਨਾਲ। ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੋਈ ਤੁਸੀਂ ਸਾਨੂੰ ਦੱਸ ਸਕਦੇ ਹੋ। ਇਹ ਤਾਂ ਗੱਲ ਹੋਈ ਰੀਡਿੰਗ ਦੀ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਾਈਟਿੰਗ ਮੋਡਿਊਲ। ਰਾਈਟਿੰਗ ਮੋਡਿਊਲ ਕਿਸ ਤਰ੍ਹਾਂ ਦਾ ਆ ਸਕਦਾ? ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਕੈਡਮਿਕ ਵਾਲਿਆਂ ਦੀ ਟਾਸਕ 1 ਦੀ। ਟਾਸਕ 1 ਦੇ ਵਿੱਚ ਅਸੀਂ 4 ਟੌਪਿਕਸ ਦੇਵਾਂਗੇ। ਇਹਨਾਂ 4 ਦੇ ਵਿੱਚੋਂ ਤੁਸੀਂ ਪ੍ਰੀਪੇਅਰ ਕਰਨੇ ਨੇ ਕਿਹੜੇ ਬਾਰ, ਲਾਈਨ, ਪਾਈ, ਟੇਬਲ। ਇਹਨਾਂ 4 ਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਸੋ ਇਹਨਾਂ 4 ਦੇ ਨਾਲ ਜੋ ਵੀ ਤੁਹਾਡੇ ਕੋਲ ਕੁਐਸਚਨ ਨੇ ਉਹਨੂੰ ਤੁਸੀਂ ਲਿਖ ਕੇ ਦੇਖਿਓ, ਜਿੱਥੋਂ ਤੁਸੀਂ ਕੋਚਿੰਗ ਲੈ ਰਹੇ ਹੋ ਉਹਨਾਂ ਨੂੰ ਚੈੱਕ ਕਰਵਾ ਕੇ ਦੇਖਿਓ ਔਰ ਤੁਹਾਡੇ ਕਿੰਨੇ ਬੈਂਡ ਬਣਦੇ ਨੇ, ਕਿਉਂਕਿ ਬਿਲਕੁਲ ਸੌਖਾ ਹੋਊਗਾ ਜਿਹੜਾ ਟਾਸਕ 1 ਹੋਊਗਾ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਨਰਲ ਵਾਲਿਆਂ ਜੇ ਟਾਸਕ 1 ਦੀ ਗੱਲ ਕਰੀਏ ਤਾਂ ਫਾਰਮਲ ਲੈਟਰ ਆਉਣਗੇ। ਜੇ ਤੁਹਾਡੇ ਕੋਲ ਫਾਰਮਲ ਲੈਟਰ ਨਹੀਂ ਹੈਗੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਤਾਂ ਕਿ ਅਸੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਫਾਰਮਲ ਲੈਟਰ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ। ਹਾਂਜੀ, ਇਹ ਤਾਂ ਗੱਲ ਹੋਈ ਟਾਸਕ 1 ਦੀ ਕਿ ਕਿਹੜੇ ਟੌਪਿਕ ਤੁਸੀਂ ਪ੍ਰੀਪੇਅਰ ਕਰਨੇ ਨੇ, ਅਸੀਂ ਤੁਹਾਨੂੰ ਦੱਸ ਹੀ ਦਿੱਤੇ ਆ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਟਾਸਕ 2। ਜਿਹੜਾ ਟਾਸਕ 2 ਹੋਊਗਾ ਉਹ ਚਾਹੇ ਉਹ ਅਕੈਡਮਿਕ ਦਾ ਸਟੂਡੈਂਟ ਹੈ ਚਾਹੇ ਉਹ ਜਨਰਲ ਦਾ ਸਟੂਡੈਂਟ ਹੈ, ਦੋਨਾਂ ਲਈ ਟਾਸਕ ਜਿਹੜੇ 2 ਅਸੀਂ ਦੇ ਰਹੇ ਹਾਂ ਤੁਹਾਨੂੰ ਟੌਪਿਕਸ, ਉਹ ਤੁਸੀਂ ਪ੍ਰੀਪੇਅਰ ਕਰਨੇ ਨੇ। ਕਿਹੜੇ ਟੌਪਿਕਸ ਨੇ ਦੇਖਦੇ ਹਾਂ। ਫਸਟ ਜਿਹੜਾ ਟੌਪਿਕ ਹੈ ਉਹ ਹੈ ਗੌਰਮੈਂਟ ਐਂਡ ਸੁਸਾਇਟੀ। ਕੋਈ ਸਰਕਾਰ ਦੇ ਨਾਲ ਰਿਲੇਟਿਡ, ਕੋਈ ਸੁਸਾਇਟੀ ਦੇ ਨਾਲ ਰਿਲੇਟਿਡ ਆਪਣੇ ਕੋਲ ਟੌਪਿਕ ਪੁੱਛਿਆ ਜਾ ਸਕਦਾ। ਕੋਈ ਸੋਸ਼ਲ ਇਸ਼ੂ ਆ ਸਕਦਾ, ਕੋਈ ਕ੍ਰਾਈਮ ਰਿਲੇਟਿਡ ਪ੍ਰੋਬਲਮ ਆ ਸਕਦੀ, ਬੱਚਿਆਂ ਦੇ ਨਾਲ ਰਿਲੇਟਿਡ ਪ੍ਰੋਬਲਮ ਆ ਸਕਦੇ। ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੋਣਗੀਆਂ ਉਹ ਸੁਸਾਇਟੀ ਦੇ ਨਾਲ ਰਿਲੇਟ ਕਰਦੀਆਂ ਹੋਣਗੀਆਂ। ਅਸੀਂ ਇਹਨਾਂ ਦੇ ਨਾਲ ਕੁਐਸਚਨ ਵੀ ਪਾਏ ਹੋਏ ਨੇ, ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਚੈਨਲ ਖੋਲ੍ਹ ਕੇ। ਉਹਦੇ ਵਿੱਚ ਅਸੀਂ ਸਾਰੇ ਟੌਪਿਕਸ ਦੇ ਨਾਲ ਰਿਲੇਟਿਡ ਕੁਐਸਚਨ ਪਾਏ ਨੇ ਕਿ ਕਿਸ ਟਾਈਪ ਦੇ ਕੁਐਸਚਨ ਜਿਹੜੇ ਨੇ ਉਹ ਆ ਸਕਦੇ ਨੇ। ਨੈਕਸਟ ਜਿਹੜੀ ਟਾਈਪ ਹੈਗੀ ਉਹ ਹੈ ਸਾਇੰਸ ਐਂਡ ਟੈਕਨੋਲੋਜੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ। ਇਹਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਨੇ। ਇਹ ਵੀ ਅਸੀਂ ਜਿਹੜੇ ਅਸੀਂ ਟੌਪਿਕ ਦੇ ਰਹੇ ਹਾਂ ਉਹਨਾਂ ਨਾਲ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਪਹਿਲਾਂ ਹੀ। ਥਰਡ ਹੈ ਜੌਬਸ ਐਂਡ ਇੰਪਲੋਇਮੈਂਟ। ਕੋਈ ਜੌਬਸ ਦੇ ਨਾਲ ਰਿਲੇਟਿਡ ਤੁਹਾਡੇ ਤੋਂ ਟੌਪਿਕ ਪੁੱਛਿਆ ਜਾ ਸਕਦਾ। ਸੋ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈ ਤੁਸੀਂ ਉਹਨੂੰ ਲਿਖ ਕੇ ਦੇਖਿਓ। ਨੈਕਸਟ ਹੈਗੀ ਜਿਹੜੀ ਟਾਈਪ ਉਹ ਹੈਗੀ TV, ਮਿਊਜ਼ਿਕ ਐਂਡ ਮੀਡੀਆ। ਕੋਈ ਮਿਊਜ਼ਿਕ ਦੇ ਨਾਲ ਰਿਲੇਟਿਡ, ਕੋਈ ਮੀਡੀਆ ਦੇ ਨਾਲ ਰਿਲੇਟਿਡ ਟੌਪਿਕ ਪੁੱਛਿਆ ਜਾ ਸਕਦਾ ਐਗਜ਼ਾਮ ਦੇ ਵਿੱਚ। ਫਿਫਥ ਐਂਡ ਲਾਸਟ ਟਾਈਪ ਹੈਗੀ ਕੋਈ ਹਿਸਟਰੀ ਐਂਡ ਕਲਚਰ। ਕੋਈ ਹਿਸਟਰੀ ਦੇ ਨਾਲ, ਕੋਈ ਇਤਿਹਾਸ ਦੇ ਨਾਲ ਰਿਲੇਟਿਡ ਪੁੱਛਿਆ ਜਾ ਸਕਦਾ, ਕੋਈ ਕਲਚਰ ਨਾਲ ਰਿਲੇਟਿਡ ਪੁੱਛਿਆ ਜਾ ਸਕਦਾ ਟੌਪਿਕ। ਸੋ ਜੇ ਤੁਹਾਡੇ ਕੋਲ ਕੋਈ ਟੌਪਿਕਸ ਨਹੀਂ ਹੈਗਾ, ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਨਾਲ ਦੀ ਨਾਲ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਸੋ ਇਹ ਤਾਂ ਟੌਪਿਕਸ ਰਹੇ ਟਾਸਕ 2 ਦੇ ਜਿਹੜੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ। ਹੁਣ ਆਪਾਂ ਦੇਖਦੇ ਹਾਂ ਕਿ ਕੁਐਸਚਨ ਕਿਸ ਟਾਈਪ ਦਾ ਪੁੱਛਿਆ ਜਾ ਸਕਦਾ। ਜੇ ਆਪਣੇ ਕੋਲ ਕੋਈ ਸਟੇਟਮੈਂਟ ਆ ਗਈ ਤਾਂ ਕੀ ਪੁੱਛਿਆ ਜਾ ਸਕਦਾ ਆਪਣੇ ਕੋਲ। ਫਸਟ ਜਿਹੜੀ ਹੈਗੀ ਆਪਣੇ ਕੋਲ ਟਾਈਪ ਉਹ ਹੈ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। ਆਪਾਂ ਦੋਨਾਂ ਵਿਊਜ਼ ਬਾਰੇ ਡਿਸਕਸ ਕਰਾਂਗੇ, ਨਾਲ ਦੀ ਨਾਲ ਆਪਦਾ ਓਪੀਨੀਅਨ ਦੇਵਾਂਗੇ। ਜਿਹੜਾ ਓਪੀਨੀਅਨ ਹੋਊਗਾ ਉਹ ਹਮੇਸ਼ਾ ਕਨਕਲੂਜ਼ਨ ਦੇ ਵਿੱਚ ਦਿਆ ਕਰੋ। ਜੇ ਕਨਕਲੂਜ਼ਨ ਦੇ ਵਿੱਚ ਨਹੀਂ ਦੇਣਾ ਜਾਂ ਫਿਰ ਇੰਟਰੋਡਕਸ਼ਨ ਦੇ ਵਿੱਚ ਦਿਆ ਕਰੋ। ਤੁਸੀਂ ਆਪਣਾ ਕਨਕਲੂਜ਼ਨ ਅਲੱਗ ਤੋਂ ਪੈਰਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਓਪੀਨੀਅਨ ਦੇ ਲਈ। ਨੈਕਸਟ ਜਿਹੜੀ ਟਾਈਪ ਹੈ ਉਹ ਹੈ ਐਗਰੀ ਐਂਡ ਡਿਸਐਗਰੀ। ਤੁਸੀਂ ਕੋਈ ਸਟੇਟਮੈਂਟ ਦਿੱਤੀ ਹੈ, ਤੁਸੀਂ ਉਸ ਸਟੇਟਮੈਂਟ ਦੇ ਨਾਲ ਕਿੰਨੀ ਹੱਦ ਤੱਕ ਐਗਰੀ ਕਰਦੇ ਹੋ, ਕਿੰਨੀ ਹੱਦ ਤੱਕ ਡਿਸਐਗਰੀ ਕਰਦੇ ਹੋ, ਜਾਂ ਫਿਰ ਤੁਸੀਂ ਐਗਰੀ ਕਰ ਰਹੇ ਹੋ, ਡਿਸਐਗਰੀ ਕਰ ਰਹੇ ਹੋ। ਸੋ ਇਸ ਟਾਈਪ ਦੀ ਸਟੇਟਮੈਂਟ ਤੁਹਾਡੇ ਤੋਂ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਆ। ਸੋ ਇੱਕ ਪੈਰਾ ਜੇ ਤੁਸੀਂ ਐਗਰੀ ਕਰ ਰਹੇ ਹੋ ਤਾਂ ਐਗਰੀ ਨਾਲ ਹੀ ਤੁਸੀਂ ਲਿਖਣਾ, ਡਿਸਐਗਰੀ ਦੀ ਕੋਈ ਗੱਲ ਨਹੀਂ ਕਰਨੀ। ਸੋ ਇਹਨਾਂ ਚੀਜ਼ਾਂ ਦਾ ਪਲੀਜ਼ ਧਿਆਨ ਰੱਖਿਆ ਕਰੋ। ਰਾਈਟਿੰਗ ਦੇ ਵਿੱਚ ਜਿਹੜੇ ਮਾਰਕਸ ਨੇ ਤੁਹਾਡੇ ਬੈਂਡਸ ਨੇ ਉਹ ਕਿਉਂ ਡਿਡਕਟ ਹੁੰਦੇ ਨੇ, ਕਿਉਂਕਿ ਤੁਸੀਂ ਦੋਨਾਂ ਸਾਈਡ ਚਲੇ ਜਾਂਦੇ ਹੋ। ਪਾਰਸ਼ਲੀ ਐਗਰੀ ਨੂੰ ਅਵੋਇਡ ਕਰਿਆ ਕਰੋ। ਨੈਕਸਟ ਜਿਹੜੀ ਟਾਈਪ ਹੈ ਉਹ ਹੈ ਕੌਜ਼ਿਜ਼, ਪ੍ਰੋਬਲਮਸ ਐਂਡ ਸੋਲਿਊਸ਼ਨਸ। ਕੋਈ ਪ੍ਰੋਬਲਮ ਆ ਗਈ, ਉਹਦੇ ਕੀ ਪ੍ਰੋਬਲਮਸ ਉਹਦੇ ਨਾਲ ਆ ਸਕਦੇ, ਕੀ ਸੋਲਿਊਸ਼ਨ, ਆਪਾਂ ਰੈਮੀਡੀਅਲ ਮੈਜ਼ਰਸ ਕੀ ਹੁੰਦੇ ਨੇ ਔਰ ਕੀ ਕਾਰਨ ਨੇ ਉਸ ਪ੍ਰੋਬਲਮ ਦੇ, ਆਪਾਂ ਕਿੱਦਾਂ ਓਵਰਕਮ ਕਰ ਸਕਦੇ ਹਾਂ। ਸੋ ਇਸ ਟਾਈਪ ਦੇ ਜਿਹੜੇ ਆਪਣੇ ਕੋਲ ਕੁਐਸਚਨਸ ਪੁੱਛੇ ਜਾ ਸਕਦੇ ਨੇ ਐਗਜ਼ਾਮ ਦੇ ਵਿੱਚ। ਸੋ ਓਵਰਆਲ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਸ ਟਾਈਪ ਦਾ ਤੁਹਾਡੇ ਕੋਲ ਐਗਜ਼ਾਮ ਆਊਗਾ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਈ, ਕੋਈ ਚੀਜ਼ ਨਹੀਂ ਸਮਝ ਆ ਰਹੀ, ਕੋਈ ਕਿਊ ਕਾਰਡ ਦੇ ਵਿੱਚ ਪ੍ਰੋਬਲਮ ਹੋਈ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਨਾਲ ਦੀ ਨਾਲ ਇੰਸਟਾਗ੍ਰਾਮ 'ਤੇ ਫੋਲੋ ਕਰੋ। ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ, ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਥੈਂਕ ਯੂ।